ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਪਰਮ ਸਨਮਾਨਿਓ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਦੋਂ 9ਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਅਸਾਮ ਗਏ ਸਨ, ਉੱਥੇ ਜਾ ਕੇ ਉਹ ਅਸਾਮ ਦੇ ਰਾਜੇ ਨੂੰ ਮਿਲੇ ਤੇ ਉਸ ਨੂੰ ਪੁੱਤਰ ਹੋਣ ਦਾ ਵਰ ਦੇ ਕੇ ਆਏ ਸਨ। ਅਕਾਲ ਪੁਰਖ ਦੀ ਮਿਹਰ ਸਦਕਾ ਰਾਜਾ ਰਾਮ ਰਾਏ ਦੇ ਘਰ ਪੁੱਤਰ ਹੋ ਗਿਆ। ਉਸ ਦਾ ਨਾਮ ਰਤਨ ਰਾਏ ਰੱਖਿਆ ਗਿਆ ਸੀ। ਰਤਨ ਰਾਏ ਬਹੁਤ ਹੀ ਸੁੰਦਰ ਤੇ ਹੋਣਹਾਰ ਬਾਲਕ ਜਨਮਿਆ ਸੀ। ਬਾਲਕ ਦਾ ਚੰਦ ਵਰਗਾ ਮੁਖੜਾ ਦੇਖ ਕੇ ਰਾਣੀ ਬਹੁਤ ਪ੍ਰਸੰਨ ਹੋਈ। ਉਸਨੇ ਮਨ ਆਇਆ ਧਨ ਦਾਨ ਕੀਤਾ ਤੇ ਲਾਡਾਂ ਤੇ ਪਿਆਰ ਨਾਲ ਪੁੱਤਰ ਨੂੰ ਪਾਲਿਆ। ਭਾਣਾ ਕਰਤਾਰ ਦਾ ਰਤਨ ਰਾਏ ਅਜੇ ਬਾਲ ਅਵਸਥਾ ਵਿੱਚ ਹੀ ਸੀ ਕਿ ਰਾਜੇ ਰਾਮ ਰਾਏ ਦਾ ਦੇਹਾਂਤ ਹੋ ਗਿਆ। ਜਦੋਂ ਰਾਜਾ ਮੌਤ ਦੇ ਮੰਜੇ ਉੱਤੇ ਲੇਟਿਆ ਹੋਇਆ ਸੀ, ਤਦੋਂ ਉਸਨੇ ਆਪਣੀ ਰਾਣੀ ਨੂੰ ਕੋਲ ਸੱਦਿਆ ਤੇ ਕਿਹਾ, ਮੇਰੇ ਪਿੱਛੋਂ ਮੇਰੇ ਮਨ ਦੀ ਇੱਕ ਖੁਆਇਸ਼ ਪੂਰੀ ਕਰਨੀ ਹੈ। ਉਹ ਖੁਆਇਸ਼ ਇਹ ਹੈ ਕਿ ਜਦੋਂ ਮੇਰਾ ਪੁੱਤਰ ਜਵਾਨ ਹੋ ਜਾਏ ਤਾਂ ਇਸ ਨੂੰ ਸਤਿਗੁਰੂ ਜੀ ਦੇ ਦਰਸ਼ਨ ਜ਼ਰੂਰ ਕਰਾ ਲਿਆਈ। ਜਿਨ੍ਹਾਂ ਸਤਿਗੁਰੂ ਦੀ ਕਿਰਪਾ ਨਾਲ ਇਸ ਬੱਚੇ ਦਾ ਜਨਮ ਹੋਇਆ ਹੈ, ਉਹਨਾਂ ਦੇ ਦਰਸ਼ਨ ਕਰਨੇ ਇਸ ਵਾਸਤੇ ਅਤੀ ਜ਼ਰੂਰੀ ਹਨ, ਕਿਉਂਕਿ ਉਹ ਆਪ ਪਰਮੇਸ਼ਰ ਹਨ। ਇੱਕ ਗੱਲ ਇਹ ਵੀ ਚੇਤੇ ਰੱਖਣੀ, ਉਹ ਗੱਲ ਇਹ ਹੈ ਕਿ ਜਦੋਂ ਮੇਰਾ ਲਾਲ ਸਤਿਗੁਰੂ ਜੀ ਦੇ ਦਰਸ਼ਨ ਕਰਨ ਜਾਵੇ ਤਾਂ ਉਹਨਾਂ ਵਾਸਤੇ ਵਧੀਆ ਸੌਗਾਤਾਂ ਲੈ ਕੇ ਜਾਵੇ। ਸਤਿਗੁਰੂ ਜੀ ਦੀ ਸੇਵਾ ਕਰਦਿਆਂ ਹੋਇਆਂ ਰਾਜ ਕੁਰਬਾਨ ਕਰਨਾ ਪਵੇ ਤਾਂ ਕਦੀ ਨਾ ਝਿਜਕਣਾ। ਮੇਰੀ ਪਿਆਰੀ ਰਾਣੀ ਕਰਤਾਰ ਦੇ ਭਾਣੇ ਨੂੰ ਕੋਈ ਮੇਟ ਨਹੀਂ ਸਕਦਾ। ਮੇਰੇ ਮਨ ਦੀਆਂ ਰੀਝਾਂ ਮਨ ਵਿੱਚ ਰਹਿ ਗਈਆਂ। ਪੁੱਤਰ ਨਾਲ ਪਿਆਰ ਕਰਨ ਦਾ ਮੌਕਾ ਨਾ ਮਿਲਿਆ, ਮੈਨੂੰ ਸੁਖੀ ਨਾ ਕਰ ਸਕਿਆ ਤੇ ਗੁਰੂ ਘਰ ਦੀ ਸੇਵਾ ਨਾ ਹੋਈ। ਕਾਲ ਮਹਾਬਲੀ ਹੈ, ਆ ਹੀ ਪੁੱਜਾ। ਰਾਜੇ ਦੀਆਂ ਸਾਰੀਆਂ ਗੱਲਾਂ ਸੁਣਦੀ ਹੋਈ ਰਾਣੀ ਨੇ ਹੰਝੂਆਂ ਦੀ ਝੜੀ ਵਿੱਚ ਆਪਣੇ ਪਤੀ ਪਿਆਰੇ ਰਾਜੇ ਰਾਮ ਰਾਏ ਨੂੰ ਬਚਨ ਦਿੱਤਾ ਕਿ ਉਹ ਉਹਨਾਂ ਦੀਆਂ ਸਧਰਾਂ ਖੁਆਇਸ਼ਾਂ ਨੂੰ ਪੂਰੀਆਂ ਕਰੇਗੀ। ਉਹ ਸਤਿਗੁਰੂ ਜੀ ਦੇ ਦਰਸ਼ਨ ਪੰਜਾਬ ਜਾ ਕੇ ਜ਼ਰੂਰ ਕਰੇਗੀ। ਸੌਗਾਤਾਂ ਵੀ ਐਸੀਆਂ ਭੇਟਾ ਕਰੇਗੀ ਜੋ ਕਦੀ ਦੇਖਣ ਸੁਣਨ ਵਿੱਚ ਨਾ ਆਈਆਂ ਹੋਣ। ਰਾਜਾ ਚਲਾਣਾ ਕਰ ਗਿਆ, ਰਾਣੀ ਵਿਧਵਾ ਹੋ ਗਈ। ਉਹ ਸਤਵੰਤੀ ਨਾਰ ਪਤੀ ਦੇ ਪਿਆਰ ਵਿੱਚ ਦਿਨ ਕੱਟਣ ਲੱਗੀ। ਪਤੀ ਦੀ ਇੱਛਾ ਅਨੁਸਾਰ ਉਸ ਦੀ ਨਿਸ਼ਾਨੀ ਤੇ ਆਪਣੇ ਦਿਲ ਦੇ ਟੁਕੜੇ ਨੂੰ ਪਾਲਦੀ ਰਹੀ। ਸਮਾਂ ਕਿਸੇ ਦੀ ਉਡੀਕ ਨਹੀਂ ਕਰਦਾ, ਉਹ ਆਪਣੀ ਚਾਲੇ ਆਪੇ ਤੁਰਿਆ ਜਾਂਦਾ ਹੈ। ਜਿਉਂ-ਜਿਉਂ ਸਮਾਂ ਤੁਰਿਆ ਗਿਆ, ਤਿਉਂ-ਤਿਉਂ ਰਾਜਕੁਮਾਰ ਰਤਨ ਰਾਏ ਉਮਰ ਵਿੱਚ ਵਡੇਰਾ ਹੁੰਦਾ ਗਿਆ। ਇਸ ਤਰ੍ਹਾਂ ਉਹ 12 ਸਾਲ ਦਾ ਹੋ ਗਿਆ। ਆਖਿਰ ਇੱਕ ਦਿਨ ਰਾਣੀ ਨੇ ਆਪਣੇ ਲਾਲ ਰਤਨ ਰਾਏ ਨੂੰ ਉਸਦੇ ਜਨਮ ਦੀ ਸਾਰੀ ਕਥਾ ਸੁਣਾ ਹੀ ਦਿੱਤੀ। ਕਥਾ ਸੁਣਾਉਣ ਪਿੱਛੋਂ ਰਾਣੀ ਨੇ ਕਿਹਾ, ਬੇਟਾ, ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ ਤਾਂ ਸ਼ਹੀਦ ਹੋ ਚੁੱਕੇ ਹਨ। ਉਹਨਾਂ ਦੇ ਸਾਹਿਬਜ਼ਾਦੇ ਪੰਜਾਬ ਵਿੱਚ ਹਨ। ਉਹਨਾਂ ਦੇ ਦਰਸ਼ਨ ਕਰਨ ਵਾਸਤੇ ਆਪਾਂ ਨੇ ਜਾਣਾ ਹੈ। ਸਤਿਗੁਰਾਂ ਦੀ ਭੇਟ ਕਰਨ ਵਾਸਤੇ ਜਿਨ੍ਹਾਂ ਸੌਗਾਤਾਂ ਦੀ ਲੋੜ ਹੈ, ਉਹ ਮੈਂ ਵਜ਼ੀਰ ਨੂੰ ਆਖ ਕੇ ਤਿਆਰ ਕਰਵਾਉਂਦੀ ਹਾਂ। ਜਿਵੇਂ ਆਪ ਦੀ ਆਗਿਆ ਮਾਤਾ ਜੀ, ਮੈਂ ਤਿਵੇਂ ਕਰਨ ਨੂੰ ਤਿਆਰ ਹਾਂ। ਐਸੇ ਚੰਗੇ ਸਤਿਗੁਰੂ ਜੀ ਦੇ ਮੈਂ ਜ਼ਰੂਰ ਦਰਸ਼ਨ ਕਰਾਂਗਾ। ਛੇਤੀ ਚੱਲਣ ਦੀ ਤਿਆਰੀ ਕਰੋ। ਰਾਜੇ ਰਤਨ ਰਾਏ ਨੇ ਅੱਗੋਂ ਉੱਤਰ ਦਿੱਤਾ। ਰਾਣੀ ਨੇ ਉਸੇ ਵੇਲੇ ਵਜ਼ੀਰ ਨੂੰ ਸੱਦਿਆ ਤੇ ਹੁਕਮ ਦਿੱਤਾ, ਤੁਸਾਂ ਦੇ ਰਾਜਾ ਸਾਹਿਬ ਨੇ ਸਤਿਗੁਰੂ ਜੀ ਦੇ ਦਰਸ਼ਨ ਕਰਨ ਜਾਣਾ ਹੈ। ਸਤਿਗੁਰੂ ਜੀ ਦੀ ਭੇਟਾ ਵਾਸਤੇ ਕੋਈ ਨਿਰਾਲੀਆਂ ਤੇ ਅਲੌਕਿਕ ਵਸਤੂਆਂ ਚਾਹੀਦੀਆਂ ਹਨ। ਜਿਵੇਂ ਕਿਵੇਂ ਹੋਵੇ ਪ੍ਰਾਪਤ ਕਰੋ। ਰਾਣੀ ਜੀ ਦੀ ਆਗਿਆ ਦਾ ਪਾਲਣਾ ਕੀਤਾ ਜਾਵੇਗਾ। ਇਹ ਆਖ ਕੇ ਵਜ਼ੀਰ ਚਲਾ ਗਿਆ ਤੇ ਸਾਰੇ ਰਾਜ ਵਿੱਚ ਚੰਗੀਆਂ ਸੌਗਾਤਾਂ ਦੀ ਢੂੰਡ ਕਰਨ ਲੱਗਾ। ਰਾਣੀ ਦੀ ਸਲਾਹ ਨਾਲ ਵਜ਼ੀਰ ਨੇ ਇੱਕ 5 ਕਲਾ ਹਥਿਆਰ ਤਿਆਰ ਕਰਵਾਇਆ। ਜਿਸ ਕਾਰੀਗਰ ਨੇ ਹਥਿਆਰ ਤਿਆਰ ਕੀਤਾ ਸੀ, ਉਸ ਨੂੰ ਬਹੁਤ ਸਾਰਾ ਇਨਾਮ ਦਿੱਤਾ ਗਿਆ। 5 ਕਲਾ ਇੱਕ ਸ਼ਸਤਰ ਅਜਾਇਬ ਤਿਆਰ ਕਰਾਇਓ ਅਰਪਣ ਸਾਹਿਬ।
जह गात्रे बन्यो किरपान, तीखन धार करे रिपहान। कल दाबे बरछी होए जाए, सन्मुख पर को हते बनाए। पुन कल दाबे बने तमाचा, गल का जार हते रणमाचा। तीखन पुन कटार बन जाए, रिप ढिग पहुँचे उदर तसाए। उस पंज कला शस्त्र विच ਇਹ हैरान करने वाला गुण सी कि उस विच पंज हथियार सन। ਉਹ ਪੰਜੇ ਇੱਕ ਇੱਕ ਸਮੇਂ ਕੰਮ ਕਰ ਦਿੰਦੇ ਸਨ ਅਤੇ ਝੱਟ ਰੂਟ ਬਦਲ ਦਿੰਦੇ ਸਨ। ਗਾਤਰੇ ਵਿੱਚ ਪਾਈ ਕਿਰਪਾਨ ਲੱਗਦੀ ਸੀ। ਜਦੋਂ ਉਹ ਦੁਸ਼ਮਣ ਨੂੰ ਮਾਰੀ ਜਾਵੇ ਤਾਂ ਉਸ ਕੋਲੋਂ ਕੋਈ ਬਚ ਨਹੀਂ ਸੀ ਸਕਦਾ। ਮੁੱਠ ਵਿੱਚ ਬਿਜਲੀ ਦੇ ਸਵਿੱਚਾਂ ਵਾਂਗ ਬਟਨ ਲੱਗੇ ਹੋਏ ਸਨ। ਜੇ ਇੱਕ ਬਟਨ ਨੱਪੀਏ ਤਾਂ ਉਹ ਕਿਰਪਾਨ ਬਰਛੀ ਦਾ ਰੂਪ ਧਾਰ ਲੈਂਦੀ ਸੀ। ਮੁੜ ਕੇ ਬਟਨ ਨੱਪਣ ਨਾਲ ਪਿਸਤੌਲ ਬਣ ਜਾਂਦਾ ਸੀ। ਬੰਦੂਕ ਤੇ ਕਟਾਰ ਦਾ ਰੂਪ ਵੀ ਧਾਰ ਲੈਂਦੀ ਸੀ। ਐਸਾ ਅਸਚਰਜ ਪੰਜ ਰੂਪ ਧਾਰਨ ਵਾਲਾ ਸ਼ਸਤਰ ਅੱਗੇ ਕਿਸੇ ਰਾਜੇ ਮਹਾਰਾਜੇ ਪਾਸ ਨਹੀਂ ਸੀ। ਦੂਸਰੀਆਂ ਦੋ ਚੀਜ਼ਾਂ ਹੋਰ ਹੈਰਾਨ ਕਰਨ ਵਾਲੀਆਂ ਸਨ। ਪੁਨ ਇੱਕ ਚੌਕੀ ਲਈ ਅਜਾਇਬ, ਕਰਨ ਪ੍ਰਸੰਨ सतगुरु साहेब। जब इसकी कल दाबन करै, पुतली चरु निकस तह धरै। चौपर को बिछाए तिन आगे, डल को गहसो खेडन लागे। पुन लीनस एक जाम कटोरा, इन हित दरब दियो नह थोरा। फिर एक आश्चर्य चौकी तैयार करवाई। ਉਹ ਜਾਦੂ ਦੀ ਚੌਕੀ ਸੀ। ਉਸ ਦੀ ਕਲਾ ਨੂੰ ਨੱਪਦੇ ਤਾਂ ਚੌਕੀ ਵਿੱਚੋਂ ਪੁਤਲੀਆਂ ਪ੍ਰਗਟ ਹੋ ਜਾਂਦੀਆਂ ਸਨ। ਉਹ ਚੌਂਪੜ ਵਿਛਾ ਕੇ ਖੇਡਣ ਲੱਗ ਜਾਂਦੀਆਂ, ਡੱਲਾਂ ਨੂੰ ਸੁੱਟਦੀਆਂ ਜਿਵੇਂ ਲਹੂ ਮਾਸ ਦੇ ਬਣੇ ਹੋਏ ਮਨੁੱਖ ਡੱਲਾਂ ਨੂੰ ਸੁੱਟ ਕੇ ਚੌਪੜ ਖੇਡਦੇ ਹਨ। ਇਹ ਖੇਡ ਦੇਖ ਕੇ ਉਸ ਸਮੇਂ ਦੇ ਮਨੁੱਖਾਂ ਦੀ ਅਕਲ ਚਕਰਾ ਜਾਂਦੀ ਸੀ। ਜਿਸ ਨੇ ਇਹ ਚੰਦਨ ਚੌਕੀ ਤਿਆਰ ਕੀਤੀ ਸੀ ਉਸ ਨੂੰ ਬਹੁਤ ਇਨਾਮ ਦਿੱਤਾ ਗਿਆ ਸੀ। ਇਹਨਾਂ ਤੋਂ ਬਿਨਾਂ ਇੱਕ ਹਾਥੀ ਸੀ। ਉਸ ਹਾਥੀ ਉੱਤੇ ਇੱਕ ਚਿੱਟੀ ਕਾਲੀ ਧਾਰੀ ਸੀ। ਉਹ ਬਹੁਤ ਸਿਆਣਾ ਹਾਥੀ ਸੀ। ਉਸ ਨੂੰ ਦੇਖ ਕੇ ਲੋਕ ਕੁਦਰਤ ਦੀ ਉਸਤਤ ਕਰਨ ਲੱਗ ਪੈਂਦੇ ਸਨ। ਉਸ ਦਾ ਨਾਮ ਪ੍ਰਸਾਦੀ ਹਾਥੀ ਸੀ। ਮੋਤੀਆਂ ਦੀ ਮਾਲਾ ਤੇ ਕਲਗੀ ਆਦਿਕ ਵਸਤੂਆਂ ਵੀ ਉਸ ਦੇ ਸਾਥ ਹੀ ਤਿਆਰ ਕਰਵਾਈਆਂ। ਸਭ ਵਸਤੂਆਂ ਸੌਗਾਤਾਂ ਤਿਆਰ ਹੋ ਗਈਆਂ ਤਾਂ ਰਾਣੀ ਨੇ ਆਪਣੇ ਸਪੁੱਤਰ ਰਾਜਾ ਰਤਨ ਰਾਏ ਨੂੰ ਚੱਲਣ ਵਾਸਤੇ ਤਿਆਰ ਕੀਤਾ। ਰਾਜ ਦਾ ਭਾਰ ਆਪਣੇ ਵਜ਼ੀਰ ਨੂੰ ਸੰਭਾਲ ਕੇ ਰਾਣੀ ਤੁਰ ਪਈ। ਉਸਨੇ ਆਪਣੇ ਨਾਲ ਥੋੜੇ ਜਿਹੇ ਸਿਪਾਹੀ ਤੇ ਸੇਵਾਦਾਰ ਲਏ। ਗੱਡਿਆਂ ਉੱਤੇ ਰਾਹ ਦਾ ਖਰਚ ਰੱਖ ਲਿਆ ਅਤੇ ਪ੍ਰਸਾਦੀ ਹਾਥੀ ਅੱਗੇ ਤੋਰ ਲਿਆ। ਸਤਿਗੁਰੂ ਜੀ ਦੀ ਅਮਾਨਤ ਸਮਝ ਕੇ ਹਾਥੀ ਉੱਤੇ ਕੋਈ ਨਹੀਂ ਚੜ੍ਹਿਆ। ਹੌਲੀ ਹੌਲੀ ਅਸਾਮ ਦੀਆਂ ਹੱਦਾਂ ਤੋਂ ਟੱਪ ਕੇ ਉੱਤਰ ਪ੍ਰਦੇਸ਼ ਵਿੱਚ ਆ ਗਏ ਤੇ ਤੀਰਥਾਂ ਦੀ ਯਾਤਰਾ ਵੀ ਨਾਲ ਨਾਲ ਕਰੀ ਗਏ। ਧਨ ਪਦਾਰਥਾਂ ਦੀ ਕਮੀ ਕੋਈ ਨਹੀਂ ਸੀ। ਰਾਣੀ ਨੇ ਖੁੱਲ੍ਹੇ ਦਿਲ ਨਾਲ ਪੁੰਨਦਾਨ ਕੀਤਾ, ਪਰ ਮੁੱਖ ਸ਼ਰਧਾ ਤੇ ਪਿਆਰ ਗੁਰੂ ਘਰ ਨਾਲ ਸੀ। ਸਾਰੀਆਂ ਉੱਤਮ ਵਸਤੂਆਂ ਸਤਿਗੁਰੂ ਜੀ ਵਾਸਤੇ ਰੱਖੀਆਂ ਹੋਈਆਂ ਸਨ। ਉਹ ਸਤਿਗੁਰੂ ਜੀ ਦੀ ਭੇਟਾ ਹੋਣੀਆਂ ਸਨ। ਚਲਦੇ ਚਲਦੇ ਰੋਪੜ ਆ ਪੁੱਜੇ। ਦੀਵਾਲੀ ਦਾ ਪੁਰਬ ਨੇੜੇ ਆਇਆ ਹੋਇਆ ਸੀ। ਮਾਲਵੇ ਦੀ ਸੰਗਤ ਸ਼੍ਰੀ ਅਨੰਦਪੁਰ ਸਾਹਿਬ ਨੂੰ ਜਾ ਰਹੀ ਸੀ। ਗੱਡਿਆਂ ਦੀਆਂ ਕਤਾਰਾਂ ਦੂਰ ਤੱਕ ਲੱਗੀਆਂ ਹੋਈਆਂ ਦਿਖਾਈ ਦਿੰਦੀਆਂ ਸਨ। ਸਤਿਗੁਰੂ ਜੀ ਦੇ ਦਰਸ਼ਨ ਵਾਸਤੇ ਸੰਗਤ ਵਹੀਰ ਘਤੀ ਜਾ ਰਹੀ ਸੀ। ਸੰਗਤ ਵਿੱਚ ਜਿੰਨੇ ਵੀ ਪ੍ਰਾਣੀ ਸਨ ਓਨੇ ਹੀ ਵਾਹਿਗੁਰੂ ਵਾਹਿਗੁਰੂ ਜਪਦੇ ਸਨ। ਹਰ ਇੱਕ ਦੀ ਰਸਨਾ ਧੰਨ ਸਤਿਗੁਰੂ ਨਾਨਕ ਜਿਨੇ ਜਗ ਤਾਰਿਆ ਜਪ ਰਹੀ ਸੀ। ਕਿਤੇ ਕੀਰਤਨ ਹੋ ਰਿਹਾ ਸੀ ਤੇ ਕਿਤੇ ਢੋਲਕਿਆਂ ਛੈਣੇ ਵੱਜ ਰਹੇ ਸਨ। ਰਾਣੀ ਤੇ ਰਾਜਕੁਮਾਰ ਸੰਗਤਾਂ ਦਾ ਗੁਰੂ ਨਾਲ ਪਿਆਰ ਦੇਖ ਕੇ ਹੈਰਾਨ ਤੇ ਗਦਗਦ ਹੋ ਗਏ। ਸੰਗਤਾਂ ਦੇ ਨਾਲ ਰਲ ਕੇ ਰਾਣੀ ਕੀਰਤਪੁਰ ਸਾਹਿਬ ਪੁੱਜੀ। ਗੁਰੂ ਧਾਮ ਦੇ ਦਰਸ਼ਨ ਕੀਤੇ ਅਤੇ ਇੱਥੋਂ ਪੈਦਲ ਚੱਲ ਪਈ, ਕਿਉਂਕਿ ਕੀਰਤਪੁਰ ਸਾਹਿਬ ਤੋਂ ਅੱਗੇ ਪਿਆਰੇ ਪ੍ਰੀਤਮ ਸਤਿਗੁਰੂ ਜੀ ਦਾ ਦੇਸ਼ ਸੀ। ਰੱਥ ਵਿੱਚ ਬੈਠਣਾ ਚੰਗਾ ਨਾ ਸਮਝਿਆ। ਨਾ ਕੋਈ ਸਿੱਖ ਘੋੜੇ ਗੱਡੇ ਤੇ ਰੱਥ ਉੱਤੇ ਬੈਠ ਕੇ ਘਰ ਵੱਲ ਜਾਂਦਾ ਹੋਇਆ ਦਿਖਾਈ ਦਿੰਦਾ ਸੀ। ਸਾਰੇ ਪੈਦਲ ਜਾ ਰਹੇ ਸਨ। ਪੈਦਲ ਵੀ ਫਿਰ ਬਹੁਤ ਸਾਰੇ ਨੰਗੇ ਪੈਰੀ। ਰਾਣੀ ਆਪਣੇ ਦਿਲ ਦੇ ਟੁਕੜੇ ਨੂੰ ਉਂਗਲੀ ਲਾਈ ਪ੍ਰੇਮ ਤੇ ਸ਼ਰਧਾ ਨਾਲ ਤੁਰੀ ਗਈ। ਆਖਿਰ ਗੁਰੂ ਦੀ ਨਗਰੀ ਦਿਸਣ ਲੱਗ ਪਈ। ਜਿਉਂ ਹੀ ਗੁਰੂ ਦੀ ਨਗਰੀ ਦੇ ਦਰਸ਼ਨ ਹੋਏ ਤਿਉਂ ਹੀ ਸਿਰ ਝੁਕ ਗਿਆ।
ਪੈਰਾਂ ਤੋਂ ਜੁੱਤੀਆਂ ਲਾਹ ਕੇ ਸੇਵਕਾਂ ਨੂੰ ਫੜਾ ਦਿੱਤੀਆਂ। ਆਪ ਨੰਗੇ ਪੈਰੀ ਤੁਰ ਪਈ। ਸੁਰਤ ਸਤਿਗੁਰੂ ਜੀ ਦੇ ਚਰਨਾਂ ਨਾਲ ਜੁੜ ਗਈ ਤੇ ਅੱਖਾਂ ਸ਼੍ਰੀ ਅਨੰਦਪੁਰ ਸਾਹਿਬ ਨੂੰ ਦੇਖਣ ਲੱਗੀਆਂ। ਸਤਿਗੁਰੂ ਜੀ ਦੇ ਮਸੰਦਾਂ ਤੇ ਮੁਖੀ ਸਿੱਖਾਂ ਨੂੰ ਪਤਾ ਲੱਗ ਗਿਆ ਕਿ ਅਸਾਮ ਦੀ ਰਾਣੀ ਆ ਰਹੀ ਹੈ। ਉਹ ਸਵਾਗਤ ਵਾਸਤੇ ਅੱਗੇ ਆ ਖਲੋਤੇ। ਗੁਰੂ ਘਰ ਵੱਲੋਂ ਜੀ ਆਇਆਂ ਨੂੰ ਆਖਿਆ ਅਤੇ ਬੜੇ ਉਤਸ਼ਾਹ ਨਾਲ ਸਵਾਗਤ ਕੀਤਾ ਗਿਆ। ਗੁਰੂ ਗੁਰੂ ਜਪਦੇ ਹੋਏ ਸਾਰੇ ਸਤਿਗੁਰੂ ਜੀ ਦੇ ਦਰਬਾਰ ਵਿੱਚ ਪਹੁੰਚ ਗਏ। ਅੱਗੇ ਚੜ੍ਹਦੀ ਜਵਾਨੀ, ਦਾੜੀ ਮੁੱਛ ਦੀ ਲੂਈ ਪੁੰਗਰਨ ਤੋਂ ਪਹਿਲਾਂ ਸ਼੍ਰੀ ਕ੍ਰਿਸ਼ਨ ਜੀ ਸਮਾਨ ਸਰਬ ਕਲਾ ਸੰਪੂਰਨ ਸਤਿਗੁਰੂ ਜੀ ਸਿੰਘਾਸਨ ਉੱਤੇ ਬਿਰਾਜਮਾਨ ਸਨ। ਰੱਬੀ ਨੂਰ ਦਾ ਪ੍ਰਕਾਸ਼ ਇੱਕ ਚੱਕਰ ਦੀ ਸੂਰਤ ਵਿੱਚ ਚਿਹਰੇ ਉੱਤੇ ਸੀ, ਉਸੇ ਤਰ੍ਹਾਂ ਜਿਵੇਂ ਸੂਰਜ ਦੀਆਂ ਕਿਰਨਾਂ ਹੁੰਦੀਆਂ ਸਨ। ਰਿੱਧੀਆਂ ਸਿੱਧੀਆਂ ਦੇ ਮਾਲਕ ਸਤਿਗੁਰੂ ਜੀ ਬਿਰਾਜਮਾਨ ਸਨ। ਰਾਣੀ ਤੇ ਰਾਜੇ ਰਤਨ ਰਾਏ ਨੇ ਸਤਿਗੁਰੂ ਜੀ ਦੇ ਚਰਨ ਕਮਲਾਂ ਉੱਪਰ ਜਾ ਕੇ ਸਿਰ ਰੱਖੇ। ਸਤਿਗੁਰੂ ਜੀ ਨੇ ਦੋਹਾਂ ਦੇ ਸਿਰਾਂ ਉੱਪਰ ਹੱਥ ਰੱਖ ਕੇ ਬਚਨ ਕੀਤਾ, ਕਰਤਾਰ ਭਲਾ ਕਰੇ ਨਿਹਾਲ ਨਿਹਾਲ। ਇਹਨਾਂ ਬਚਨਾਂ ਦੇ ਨਾਲ ਹੀ ਮਾਂ ਪੁੱਤ ਦਾ ਜਨਮ ਮਰਨ ਸਵਾਰ ਦਿੱਤਾ। ਅੱਗੇ ਦੇ ਸਾਰੇ ਡਰ ਦੂਰ ਕਰ ਦਿੱਤੇ। ਮੱਥਾ ਟੇਕਣ ਪਿੱਛੋਂ ਰਾਣੀ ਨੇ ਚੰਦਨ ਦੀ ਚੌਂਕੀ, ਮੋਤੀਆਂ ਦੀ ਮਾਲਾ, ਕਲਗੀ ਆਦਿਕ ਵਸਤੂਆਂ ਸਤਿਗੁਰੂ ਜੀ ਦੇ ਅੱਗੇ ਰੱਖੀਆਂ। ਹਰ ਇੱਕ ਵਸਤੂ ਦੇ ਗੁਣ ਪ੍ਰਗਟ ਕੀਤੇ। ਗੁਣਾਂ ਨੂੰ ਦੇਖ ਕੇ ਸਤਿਗੁਰੂ ਜੀ ਬੜੇ ਪ੍ਰਸੰਨ ਹੋਏ ਤੇ ਸਿੱਖ ਸੰਗਤ ਪ੍ਰਸੰਨਤਾ ਦੇ ਨਾਲ ਹੈਰਾਨ ਵੀ ਹੋਈ। ਪ੍ਰਸਾਦੀ ਹਾਥੀ ਦੀ ਵੀ ਮੇਵੜੇ ਪਾਸੋਂ ਅਰਦਾਸ ਕਰਾਈ। ਜਦੋਂ ਅਰਦਾਸ ਹੋ ਗਈ, ਵਸਤੂਆਂ ਦਿਖਾਈਆਂ ਜਾ ਚੁੱਕੀਆਂ, ਤਾਂ ਰਤਨ ਰਾਏ ਨੇ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ, ਸਦਾ ਦਾਸ ਯਹ ਸਤਿਗੁਰੂ ਘਰ ਕੋ, ਸਿੱਖੀ ਬਖਸ਼ੋ ਦੇ ਕਰ ਬਰ ਕੋ। ਸੁਨਤ ਮਹਾਤਮ ਉਪਜਿਓ ਪ੍ਰੇਮ, ਸ਼੍ਰੀ ਗੁਰੂ ਦਾਤੇ ਜੇ ਗੁਰ ਛੇਮ। ਆਪਣੇ ਜਾਨੋ ਜਾਪ ਕਰੀਜੈ, ਚਰਨ ਕਮਲ ਕੀ ਪੌਹਲ ਦੀਜੈ। ਹੇ ਪ੍ਰਭੂ, ਮੈਂ ਗੁਰੂ ਘਰ ਦੀ ਸ਼ੋਭਾ ਸੁਣ ਕੇ ਆਇਆ ਹਾਂ। ਸਦਾ ਦਾਸ ਬਣ ਕੇ ਰਹਾਂਗਾ। ਕਿਰਪਾਲਤਾ ਕਰੋ ਤੇ ਸਿੱਖੀ ਬਖਸ਼ੋ। ਕੇਸਾਂ ਸਵਾਸਾਂ ਨਾਲ ਸਿੱਖੀ ਨਿਭੇ, ਇਹ ਮੈਨੂੰ ਵਰ ਦਿਓ। ਆਪ ਦੇ ਜਸ ਨੂੰ ਮਾਤਾ ਜੀ ਪਾਸੋਂ ਸੁਣਿਆ ਸੀ। ਜਸ ਸੁਣ ਸੁਣ ਕੇ ਆਪ ਦੇ ਚਰਨ ਕਮਲਾਂ ਦਾ ਭੌਰਾ ਬਣ ਗਿਆ ਹਾਂ। ਆਪ ਗੁਰਦੇਵ ਹੋ, ਗੁਣਾਂ ਦੇ ਭੰਡਾਰ ਹੋ। ਆਪ ਦਾ ਅੰਤ ਨਹੀਂ ਪਾਇਆ ਜਾ ਸਕਦਾ। ਦਇਆ ਕਰੋ। ਵਾਹਿਗੁਰੂ ਦੀ ਭਗਤੀ ਦਾ ਦਾਨ ਬਖਸ਼ੋ ਤੇ ਚਰਨ ਪੌਹਲ ਦਿਓ। ਮੈਂ ਜੀਵਨ ਭਰ ਆਪ ਜੀ ਦਾ ਸੇਵਕ ਰਹਾਂਗਾ। ਰਤਨ ਰਾਏ ਦੀ ਇਹ ਬੇਨਤੀ ਸੁਣ ਕੇ ਸਤਿਗੁਰੂ ਜੀ ਬਹੁਤ ਪ੍ਰਸੰਨ ਹੋਏ। ਉਹਨਾਂ ਨੇ ਕਿਰਪਾ ਦ੍ਰਿਸ਼ਟੀ ਕਰਕੇ ਰਤਨ ਰਾਏ ਨੂੰ ਨਿਹਾਲ ਕਰ ਦਿੱਤਾ। ਪੌਹਲ ਦੇ ਕੇ ਸਿੱਖੀ ਬਖਸ਼ੀ। ਨਾਲ ਹੀ ਸੇਵਕਾਂ ਨੂੰ ਹੁਕਮ ਦਿੱਤਾ ਕਿ ਰਾਜਾ ਰਤਨ ਰਾਏ ਦੇ ਡੇਰੇ ਨੂੰ ਰਾਸ਼ਨ, ਘਾਹ ਤੇ ਲੋੜੀਂਦਾ ਸਮਾਨ ਖੁੱਲ੍ਹਾ ਦਿੱਤਾ ਜਾਏ। ਕਿਸੇ ਤਰ੍ਹਾਂ ਦੀ ਇਹਨਾਂ ਨੂੰ ਕੋਈ ਤਕਲੀਫ ਨਾ ਹੋਵੇ। ਹਰ ਤਰ੍ਹਾਂ ਪੂਰੀ ਰਖਵਾਲੀ ਹੋਵੇ। ਰਾਣੀ ਤੇ ਉਸ ਦਾ ਪੁੱਤਰ ਰਾਜਾ ਰਤਨ ਰਾਏ ਸਤਿਗੁਰੂ ਜੀ ਦਾ ਸ਼ਾਹੀ ਪ੍ਰਤਾਪ ਦੇਖ ਕੇ ਬਹੁਤ ਹੈਰਾਨ ਹੋਏ। ਸਤਿਗੁਰੂ ਜੀ ਵਾਸਤੇ ਉਹਨਾਂ ਦੇ ਹਿਰਦਿਆਂ ਵਿੱਚ ਸ਼ਰਧਾ ਕਈ ਗੁਣਾ ਵੱਧ ਗਈ। ਉਹ ਦੋਵੇਂ ਵੇਲੇ ਕੀਰਤਨ ਸੁਣ ਕੇ ਅਤੇ ਗੁਰੂ ਕੇ ਲੰਗਰ ਤੋਂ ਸੰਗਤ ਵਿੱਚ ਸੇਵਾ ਕਰਕੇ ਤਨ ਮਨ ਸਫਲ ਕਰਨ ਲੱਗੇ। ਵਾਹਿਗੁਰੂ ਦੇ ਸਿਮਰਨ ਨਾਲ ਉਹਨਾਂ ਦਾ ਮਨ ਜੁੜ ਗਿਆ। ਦੀਪਮਾਲਾ ਦਾ ਪੁਰਬ ਮਨਾ ਕੇ ਅਤੇ 1 ਮਹੀਨਾ ਗੁਰੂ ਘਰ ਦੀ ਸੇਵਾ ਕਰਕੇ ਰਾਣੀ ਆਪਣੇ ਬੇਟੇ ਨੂੰ ਨਾਲ ਲੈ ਕੇ ਆਪਣੇ ਵਤਨ ਨੂੰ ਵਾਪਸ ਮੁੜ ਗਈ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਦਾਸ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।